Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 250ਵੇਂ ਅੰਗ ਤੋਂ ਲੈ ਕੇ 262ਵੇਂ ਅੰਗ 'ਤੇ ਵਿਰਾਜਮਾਨ 52 ਅੱਖਰੀ ਬਾਣੀ ਅੱਜ ਤੋਂ ਅਸੀਂ ਸ਼ੁਰੂ ਕਰ ਰਹੇ ਹਾਂ। ਇਸ ਬਾਣੀ ਦਾ ਨਾਮ 52 ਅੱਖਰੀ ਇਸ ਕਰਕੇ ਹੈ ਕਿਉਂਕਿ ਇਸ ਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਦੇਵਨਾਗਰੀ ਲਿਪੀ ਦੇ 52 ਅੱਖਰਾਂ ਅਤੇ ਮਾਤਰਾਵਾਂ ਨੂੰ ਮੁੱਖ ਰੱਖ ਕੇ ਉਹਨਾਂ ਦੇ ਆਧਾਰ 'ਤੇ ਪੌੜੀਆਂ ਤੇ ਸ਼ਲੋਕ ਲਿਖੇ ਨੇ। ਭਾਵ ਕਿ ਹਰ ਪੌੜੀ ਦੇ ਵਿੱਚ ਇੱਕ ਅੱਖਰ ਜਾਂ ਮਾਤਰਾ ਨੂੰ ਮੁੱਖ ਰੱਖ ਕੇ ਉਹ ਪੌੜੀ ਜਾਂ ਸ਼ਲੋਕ ਲਿਖਿਆ ਗਿਆ ਹੈ। ਕੁੱਲ 55 ਪੌੜੀਆਂ ਇਸ ਬਾਣੀ ਦੇ ਵਿੱਚ ਹਨ ਤੇ ਹਰੇਕ ਪੌੜੀ ਤੋਂ ਪਹਿਲਾਂ ਇੱਕ ਸ਼ਲੋਕ ਆਉਂਦਾ ਹੈ। ਬਾਣੀ ਦੀ ਸ਼ੁਰੂਆਤ ਦੇ ਵਿੱਚ ਇੱਕ 9 ਪੰਕਤੀਆਂ ਦਾ ਸ਼ਲੋਕ ਹੈ ਜੋ ਕਿ ਬਾਣੀ ਦੇ ਅਖੀਰ ਤੇ ਵੀ ਸਾਨੂੰ ਪੜ੍ਹਨ ਨੂੰ ਮਿਲਦਾ ਹੈ। ਇਹਦੇ ਵਿੱਚ ਗੁਰੂ ਦੀ ਮਹੱਤਤਾ ਦੱਸੀ ਗਈ ਹੈ ਤੇ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ 52 ਅੱਖਰੀ ਦੀ ਬਾਣੀ ਤੋਂ ਬਾਅਦ ਸੁਖਮਨੀ ਸਾਹਿਬ ਦੀ ਬਾਣੀ ਸ਼ੁਰੂ ਹੋਏਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 262ਵੇਂ ਅੰਗ ਤੋਂ। ਸੋ ਆਓ ਅੱਜ ਦੀ ਬਾਣੀ ਦੀ ਆਪਾਂ ਸ਼ੁਰੂਆਤ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ 52 ਅੱਖਰੀ ਮਹਿਲਾ ਪੰਜਵਾਂ ਸ਼ਲੋਕ। ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਪ ਸਹੋਦਰਾ। ਬੜੇ ਸਰਲ ਜਿਹੇ ਅਰਥ ਹਨ ਕਿ ਜੋ ਗੁਰੂ ਹੈ ਉਹੀ ਮਾਤਾ ਹੈ, ਗੁਰੂ ਪਿਤਾ ਵੀ ਹੈ, ਗੁਰੂ ਉਸ ਮਾਲਕ ਪਰਮਾਤਮਾ ਦਾ ਸਰੂਪ ਵੀ ਹੈ, ਗੁਰੂ ਸਾਡਾ ਸਖਾ ਵੀ ਹੈ, ਅਗਿਆਨਤਾ ਦੇ ਹਨੇਰੇ ਦਾ ਨਾਸ਼ ਕਰਨ ਵਾਲਾ ਵੀ ਹੈ, ਗੁਰਦੇਵ ਬੰਧਪ ਸਹੋਦਰਾ ਗੁਰੂ ਸਾਡਾ ਸੰਬੰਧੀ ਵੀ ਹੈ ਅਤੇ ਭਰਾ ਵੀ ਹੈ। ਸਹੋਦਰਾ ਤੋਂ ਭਾਵ ਭਰਾ। ਗੁਰਦੇਵ ਦਾਤਾ ਹਰ ਨਾਮ ਉਪਦੇਸ਼ੈ ਗੁਰਦੇਵ ਮੰਤ ਨਿਰੋਧਰਾ। ਜੋ ਗੁਰੂ ਹੈ ਉਹ ਅਸਲੀ ਦਾਤਾ ਹੈ, ਸਾਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਬਖਸ਼ਦਾ ਹੈ, ਪ੍ਰਮਾਤਮਾ ਦਾ ਨਾਮ ਸਾਨੂੰ ਉਪਦੇਸ਼ਦਾ ਹੈ ਤੇ ਗੁਰੂ ਵੱਲੋਂ ਦਿੱਤਾ ਗਿਆ ਮੰਤਰ, ਗੁਰੂ ਵੱਲੋਂ ਦਿੱਤਾ ਗਿਆ ਗਿਆਨ ਅਜਿਹਾ ਹੈ ਜਿਹਦੇ ਅਸਰ ਨੂੰ ਘਟਾਇਆ ਨਹੀਂ ਜਾ ਸਕਦਾ। ਨਿਰੋਧਰਾ ਤੋਂ ਭਾਵ ਉਹ ਚੀਜ਼ ਜਿਹਦੇ ਅਸਰ ਨੂੰ ਘਟਾਇਆ ਨਾ ਜਾ ਸਕੇ। ਇੱਕ ਵਾਰ ਜੋ ਗਿਆਨ ਸਾਨੂੰ ਗੁਰੂ ਪਾਸੋਂ ਹਾਸਲ ਹੋ ਗਿਆ, ਦੁਨੀਆ ਦੀ ਕੋਈ ਵੀ ਤਾਕਤ ਉਸ ਗਿਆਨ ਨੂੰ ਘਟਾ ਨਹੀਂ ਸਕਦੀ। ਫਿਰ ਉਹ ਗਿਆਨ, ਉਹ ਉਪਦੇਸ਼ ਸਾਡੇ ਮਨ ਦੇ ਵਿੱਚ ਬਹੁਤ ਡੂੰਘੀ ਤਰ੍ਹਾਂ ਨਾਲ ਰਚ ਜਾਂਦਾ ਹੈ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ। ਜੋ ਗੁਰੂ ਹੈ ਉਹ ਸ਼ਾਂਤੀ, ਸੱਚ ਅਤੇ ਅਕਲ ਦਾ ਸਰੂਪ ਹੈ। ਗੁਰੂ ਇੱਕ ਅਜਿਹਾ ਪਾਰਸ ਹੈ ਜਿਸ ਦੀ ਸ਼ੋਅ ਪਾਰਸ ਦੀ ਸ਼ੋਅ ਨਾਲੋਂ ਵੀ ਸ੍ਰੇਸ਼ਟ ਹੈ। ਪਾਰਸ ਦੇ ਬਾਰੇ ਦੇ ਵਿੱਚ ਤੁਸੀਂ ਸੁਣਿਆ ਹੀ ਹੋਵੇਗਾ ਕਿ ਇਹ ਇੱਕ ਅਜਿਹਾ ਪੱਥਰ ਹੈ ਜਿਸ ਨਾਲ ਘਸਾ ਕੇ ਲੋਹੇ ਨੂੰ ਵੀ ਸਿਉਣਾ ਬਣਾਇਆ ਜਾ ਸਕਦਾ ਹੈ। ਹਾਲਾਂਕਿ ਅਸਲੀਅਤ ਦੇ ਵਿੱਚ ਕੋਈ ਵੀ ਪੁਖਤਾ ਪ੍ਰਮਾਣ ਇਸ ਪੱਥਰ ਦੀ ਹੋਂਦ ਦਾ ਨਹੀਂ ਮਿਲਦਾ, ਪਰ ਧਾਰਮਿਕ ਗ੍ਰੰਥਾਂ ਦੇ ਵਿੱਚ ਇਸ ਦਾ ਜ਼ਿਕਰ ਆਮ ਮਿਲ ਜਾਂਦਾ ਹੈ। ਸੋ ਜੇਕਰ ਅਸਲੀਅਤ ਦੇ ਵਿੱਚ ਅਜਿਹਾ ਕੋਈ ਪੱਥਰ ਹੈ ਵੀ ਤਾਂ ਗੁਰੂ ਜੀ ਕਹਿੰਦੇ ਕਿ ਜੋ ਗੁਰੂ ਦਾ ਉਪਦੇਸ਼ ਹੈ ਉਹ ਉਸ ਪੱਥਰ ਨਾਲੋਂ ਵੀ ਜ਼ਿਆਦਾ ਤਾਕਤਵਰ ਹੈ, ਉਹਦੀ ਸ਼ੋਅ ਨਾਲੋਂ ਵੀ ਜ਼ਿਆਦਾ ਤਾਕਤਵਰ ਗੁਰੂ ਦੇ ਉਪਦੇਸ਼ ਦੀ ਸ਼ੋਅ ਹੈ। ਉਸ ਪੱਥਰ ਨਾਲ ਲੋਹਾ ਘਸਾ ਕੇ ਸੋਨਾ ਬਣੇ ਜਾਂ ਨਾ ਬਣੇ, ਗੁਰੂ ਦੇ ਉਪਦੇਸ਼ ਨਾਲ ਜੇਕਰ ਤੁਸੀਂ ਆਪਣੇ ਮਨ ਨੂੰ ਸੁਹਾ ਲਓਗੇ ਤਾਂ ਲੋਹੇ ਰੂਪ ਤੁਹਾਡਾ ਮਨ ਸੋਨੇ ਰੂਪ ਜ਼ਰੂਰ ਬਣ ਜਾਏਗਾ। ਤੁਹਾਡੇ ਮਨ ਦੇ ਵਿੱਚ ਜੇਕਰ ਅਕਲ ਘੱਟ ਹੈ
ਤਾਂ ਗੁਰੂ ਦਾ ਉਪਦੇਸ਼ ਜਦੋਂ ਉਸ ਮਨ ਦੇ ਨਾਲ ਛੋਹ ਗਿਆ ਤਾਂ ਤੁਹਾਡੇ ਅੰਦਰ ਅਕਲ ਆ ਜਾਏਗੀ। ਅਕਲ ਘੱਟ ਹੋਣ 'ਤੇ ਜੋ ਮਨ ਲੋਹਾ ਸੀ, ਗੁਰੂ ਦੇ ਉਪਦੇਸ਼ ਨੂੰ ਛਹਾਉਣ 'ਤੇ ਉਹ ਮਨ ਸੋਨਾ ਬਣ ਜਾਏਗਾ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ। ਜੋ ਗੁਰੂ ਹੈ ਉਹ ਇੱਕ ਸੱਚਾ ਤੀਰਥ ਵੀ ਹੈ, ਅੰਮ੍ਰਿਤ ਦਾ ਸਰੋਵਰ ਵੀ ਹੈ। ਗੁਰੂ ਦੇ ਗਿਆਨ ਦੇ ਵਿੱਚ ਕੀਤਾ ਹੋਇਆ ਇਸ਼ਨਾਨ ਦੁਨੀਆ ਦੇ ਸਾਰੇ ਹੀ ਇਸ਼ਨਾਨਾਂ ਦੇ ਨਾਲੋਂ ਸ੍ਰੇਸ਼ਟ ਹੈ। ਗਿਆਨ ਮਜਨ ਅਪਰੰਪਰਾ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰ। ਗੁਰੂ ਉਸ ਕਰਤਾਰ ਦਾ ਸਰੂਪ ਵੀ ਹੈ, ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਵੀ ਹੈ, ਪਾਪੀ ਮਨ ਨੂੰ ਪਵਿੱਤਰ ਕਰਨ ਵਾਲਾ ਵੀ ਹੈ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਧਰਾ। ਜਦੋਂ ਤੋਂ ਇਹ ਜਗਤ ਬਣਿਆ ਹੈ, ਆਦ ਜੁਗਾਦ ਤੋਂ ਗੁਰੂ ਇਸ ਜਗਤ ਦਾ ਹਿੱਸਾ ਹੈ। ਹਰੇਕ ਯੁੱਗ ਦੇ ਵਿੱਚ ਗੁਰੂ ਮੌਜੂਦ ਹੈ ਤੇ ਗੁਰੂ ਦਾ ਦਿੱਤਾ ਹੋਇਆ ਉਸ ਪ੍ਰਮਾਤਮਾ ਦੇ ਨਾਮ ਰੂਪੀ ਮੰਤਰ ਪੜ੍ਹ ਕੇ ਇਸ ਵਿਸ਼ਾਲ ਤੇ ਵਿਕਰਾਲ ਸੰਸਾਰ ਸਮੁੰਦਰ ਤੋਂ ਅਸੀਂ ਪਾਰ ਲੰਘ ਸਕਦੇ ਹਾਂ। ਉਧਰ ਤੋਂ ਭਾਵ ਪਾਰ ਲੰਘ ਜਾਣਾ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ। ਇੱਕ ਬੇਨਤੀ ਉਸ ਪ੍ਰਮਾਤਮਾ ਦੇ ਅੱਗੇ ਗੁਰੂ ਜੀ ਕਰਦੇ ਹਨ ਕਿ ਹੇ ਪ੍ਰਮਾਤਮਾ, ਕਿਰਪਾ ਕਰਕੇ ਮੈਨੂੰ ਗੁਰੂ ਤੇ ਉਹਦੀ ਸੰਗਤ ਦੇ ਨਾਲ ਮਿਲਾ ਦੇ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ। ਜਿਹਦੇ ਲੜ ਲੱਗ ਕੇ ਕਿ ਮੈਂ ਮੂਰਖ ਅਤੇ ਪਾਪੀ ਤਰ ਜਾਵਾਂ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ। ਗੁਰੂ ਉਸ ਪਰਮੇਸ਼ਵਰ ਪ੍ਰਮਾਤਮਾ ਦਾ ਸਰੂਪ ਹੈ। ਹੇ ਨਾਨਕ, ਉਸ ਗੁਰੂ ਨੂੰ ਸਦਾ ਹੀ ਨਮਸਕਾਰ ਕਰਨੀ ਚਾਹੀਦੀ ਹੈ। ਤੇ ਇਹੀ ਕਾਰਨ ਹੈ ਕਿ ਜਦੋਂ ਵੀ ਅਸੀਂ ਗੁਰੂ ਘਰ ਜਾਂਦੇ ਹਾਂ ਜਾਂ ਫਿਰ ਜਦੋਂ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਤਾਂ ਅਸੀਂ ਆਪਣਾ ਸੀਸ ਝੁਕਾ ਕੇ ਨਮਸਕਾਰ ਕਰਦੇ ਹਾਂ। ਅਗਲਾ ਜੋ ਸ਼ਲੋਕ ਅਤੇ ਪੌੜੀ ਹੈ ਉਹਦੇ ਵਿੱਚ ਉਸ ਪ੍ਰਮਾਤਮਾ ਦੀ ਮਹਿਮਾ ਕੀਤੀ ਗਈ ਹੈ। ਸ਼ਲੋਕ: ਆਪੈ ਕੀਆ ਕਰਾਇਆ ਆਪੈ ਕਰਨੈ ਜੋਗ, ਨਾਨਕ ਏਕੋ ਰਵ ਰਹਿਆ ਦੂਸਰ ਹੋਆ ਨਾ ਹੋਗ। ਉਸ ਪ੍ਰਮਾਤਮਾ ਨੇ ਇਸ ਜਗਤ ਦੀ ਰਚਨਾ ਆਪ ਹੀ ਕੀਤੀ ਹੈ। ਆਪ ਹੀ ਉਹ ਇਸ ਜਗਤ ਦੀ ਰਚਨਾ ਕਰਨ ਦੇ ਸਮਰੱਥ ਹੈ। ਆਪੈ ਕੀਆ ਕਰਾਇਆ ਆਪੈ ਕਰਨੈ ਜੋਗ। ਹੇ ਨਾਨਕ, ਇਸ ਪੂਰੇ ਹੀ ਜਗਤ ਦੇ ਵਿੱਚ ਉਹ ਇੱਕ ਹੀ ਪ੍ਰਮਾਤਮਾ ਰਚਿਆ ਹੋਇਆ ਹੈ। ਨਾਨਕ ਏਕੋ ਰਵ ਰਹਿਆ ਦੂਸਰ ਹੋਆ ਨਾ ਹੋਗ। ਉਸ ਦੇ ਬਰਾਬਰ ਦਾ ਦੂਸਰਾ ਕੋਈ ਨਾ ਤੇ ਕਦੇ ਹੋਇਆ ਤੇ ਨਾ ਹੀ ਕਦੇ ਹੋਏਗਾ। ਪੌੜੀ: ਓਮ ਸਾਧ ਸਤਿਗੁਰ ਨਮਸਕਾਰੰ, ਆਦ ਮਦ ਅੰਤ ਨਿਰੰਕਾਰ। ਗੁਰੂ ਜੀ ਕਹਿੰਦੇ ਕਿ ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਆਪ ਹੀ ਸਾਧੂ ਦਾ, ਸਤਿਗੁਰੂ ਦਾ ਰੂਪ ਧਾਰਦਾ ਹੈ, ਜੋ ਆਦ ਵੇਲੇ ਵੀ ਮੌਜੂਦ ਸੀ, ਮੱਧ ਦੇ ਵਿੱਚ ਵੀ ਮੌਜੂਦ ਹੈ, ਅੰਤ ਦੇ ਵਿੱਚ ਵੀ ਮੌਜੂਦ ਹੋਏਗਾ। ਇਹ ਜਗਤ ਜਦੋਂ ਸ਼ੁਰੂ ਹੋਇਆ ਉਦੋਂ ਵੀ ਉਹ ਪ੍ਰਮਾਤਮਾ ਮੌਜੂਦ ਸੀ, ਅੱਜ ਵੀ ਮੌਜੂਦ ਹੈ ਤੇ ਭਵਿੱਖ ਦੇ ਵਿੱਚ ਜੇ ਕਦੇ ਅਜਿਹਾ ਸਮਾਂ ਆਇਆ ਕਿ ਇਹ ਜਗਤ ਖਤਮ ਹੋ ਗਿਆ, ਉਹ ਪ੍ਰਮਾਤਮਾ ਉਦੋਂ ਵੀ ਮੌਜੂਦ ਰਹੇਗਾ। ਆਪੈ ਸੁਨ ਆਪੈ ਸੁਖ ਆਸਨ। ਸੁਨ ਤੋਂ ਭਾਵ ਸੁਨ ਸਰਾਣ, ਜਿਹਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ। ਇੱਕ ਅਜਿਹੀ ਜਗ੍ਹਾ ਜਾਂ ਇੱਕ ਅਜਿਹਾ ਵਰਤਾਰਾ ਜਿੱਥੇ ਨਾ ਕੁਝ ਵੇਖਣ ਨੂੰ ਮਿਲ ਰਿਹਾ ਹੈ, ਨਾ ਕੁਝ ਸੁਣਨ ਨੂੰ ਮਿਲ ਰਿਹਾ ਹੈ। ਹਰ ਪਾਸੇ ਬਸ ਘੁੱਪ ਹਨੇਰਾ ਹੈ ਤੇ ਬਹੁਤ ਹੀ ਸੁੰਨ ਹੈ। ਗੁਰੂ ਜੀ ਕਹਿੰਦੇ ਕਿ ਅਜਿਹੀ ਸੁੰਨ ਦੇ ਵਿੱਚ ਵੀ ਉਹ ਪ੍ਰਮਾਤਮਾ ਆਪ ਹੀ ਹੁੰਦਾ ਹੈ ਤੇ ਸੁੱਖ ਆਸਣਾਂ ਦੇ ਵਿੱਚ ਵੀ ਉਹ ਆਪ ਹੀ ਟਿਕਿਆ ਹੁੰਦਾ ਹੈ। ਆਪੈ ਸੁਨਤ ਆਪ ਹੀ ਜਾਸਨ। ਜਦੋਂ ਹਰ ਪਾਸੇ ਸੁੰਨ ਹੈ, ਕੋਈ ਉਸ ਪ੍ਰਮਾਤਮਾ ਦੀ ਮਹਿਮਾ ਕਰਨ ਵਾਲਾ ਨਹੀਂ ਹੈ,
ਉਦੋਂ ਆਪਣਾ ਜਸ ਗਾਉਣ ਵਾਲਾ ਵੀ ਤੇ ਉਹਨੂੰ ਸੁਣਨ ਵਾਲਾ ਵੀ ਉਹ ਪਰਮਾਤਮਾ ਆਪ ਹੀ ਹੁੰਦਾ ਹੈ। ਆਪਨ ਆਪ ਆਪੇ ਉਪਾਇਓ, ਉਸ ਪਰਮਾਤਮਾ ਨੇ ਆਪਣਾ ਆਪ ਵੀ ਆਪ ਹੀ ਪੈਦਾ ਕੀਤਾ ਹੈ। ਮਨੁੱਖੀ ਦਿਮਾਗ ਦੇ ਲਈ ਇਹ ਬੜੀ ਅਚਰਜ ਵਾਲੀ ਗੱਲ ਜਾਪ ਸਕਦੀ ਹੈ, ਕਿਉਂਕਿ ਅਸੀਂ ਆਪਣੇ ਆਸ-ਪਾਸ ਦੂਰ ਦੁਰਾਡੇ ਕਿਤੇ ਵੀ ਕੋਈ ਵੀ ਅਜਿਹੀ ਵਸਤੂ ਆਪਣੇ ਜ਼ਿਹਨ ਦੇ ਵਿੱਚ, ਆਪਣੇ ਦਿਮਾਗ ਦੇ ਵਿੱਚ ਨਹੀਂ ਲਿਆ ਪਾਉਂਦੇ ਜਿਸ ਨੇ ਆਪਣੇ ਆਪ ਨੂੰ ਆਪ ਹੀ ਬਣਾਇਆ ਹੋਵੇ। ਪਰ ਉਹ ਪਰਮਾਤਮਾ ਅਜਿਹੀ ਸ਼ਕਤੀ ਹੈ ਜਿਸ ਨੇ ਕਿ ਆਪਨ ਆਪ ਆਪੇ ਉਪਾਇਓ, ਆਪੈ ਬਾਪ ਆਪ ਹੀ ਮਾਇਓ। ਉਹ ਖੁਦ ਹੀ ਆਪਣਾ ਪਿਓ ਵੀ ਹੈ ਤੇ ਖੁਦ ਹੀ ਆਪਣੀ ਮਾਂ ਵੀ ਹੈ। ਆਪੈ ਸੂਖਮ ਆਪੈ ਅਸਥੂਲਾ। ਸੂਖਮ ਤੋਂ ਭਾਵ ਕਿ ਬਹੁਤ ਹੀ ਮਹੀਨ, ਜਿਸ ਨੂੰ ਵੇਖਿਆ ਨਾ ਜਾ ਸਕੇ। ਉਹ ਪਰਮਾਤਮਾ ਅਜਿਹਾ ਵੀ ਹੈ ਜਿਸ ਨੂੰ ਵੇਖਿਆ ਨਾ ਜਾ ਸਕੇ, ਤੇ ਅਸਥੂਲਾ ਤੋਂ ਭਾਵ ਵੇਖਣ ਯੋਗ, ਜਿਹਨੂੰ ਵੇਖਿਆ ਜਾ ਸਕੇ। ਆਪੈ ਸੂਖਮ ਆਪੈ ਅਸਥੂਲਾ, ਕਿ ਉਹ ਅਜਿਹਾ ਵੀ ਹੈ ਜਿਹਨੂੰ ਵੇਖਿਆ ਨਾ ਜਾ ਸਕੇ ਤੇ ਉਹ ਅਜਿਹਾ ਵੀ ਹੈ ਜਿਹਨੂੰ ਵੇਖਿਆ ਜਾ ਸਕੇ। ਲਖੀ ਨਾ ਜਾਈ ਨਾਨਕ ਲੀਲਾ। ਇਹ ਨਾਨਕ, ਉਸ ਪਰਮਾਤਮਾ ਦੀ ਰਚੀ ਹੋਈ ਇਹ ਜਗਤ ਖੇਡ, ਇਹ ਰਚਨਾ ਬਿਆਨ ਨਹੀਂ ਕੀਤੀ ਜਾ ਸਕਦੀ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਓ। ਇਹ ਪੰਕਤੀਆਂ ਜੋ ਹਨ ਪੂਰੀ 52 ਅੱਖਰੀ ਦੀ ਬਾਣੀ ਦੀਆਂ ਕੇਂਦਰੀ ਪੰਕਤੀਆਂ ਹਨ। ਪੂਰੀ ਬਾਣੀ ਦੇ ਵਿੱਚ ਇਹਨਾਂ ਪੰਕਤੀਆਂ ਦਾ ਜੋ ਭਾਵ ਹੈ ਉਹ ਸਾਨੂੰ ਨਜ਼ਰ ਆਉਂਦਾ ਹੈ, ਤੇ ਇਹਨਾਂ ਪੰਕਤੀਆਂ ਦਾ ਅਰਥ ਹੈ ਕਿ ਹੇ ਪ੍ਰਮਾਤਮਾ, ਜੀਵਾਂ ਦੇ ਉੱਤੇ ਦਇਆ ਕਰਨ ਵਾਲੇ ਪ੍ਰਮਾਤਮਾ, ਮੇਰੇ ਤੇ ਵੀ ਮਿਹਰ ਕਰ ਕਿ ਮੇਰਾ ਮਨ ਤੇਰੇ ਸੰਤਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ, ਕਿ ਮੇਰੇ ਅੰਦਰੋਂ ਮੇਰੀ ਮੈਂ ਖਤਮ ਹੋ ਜਾਵੇ, ਮੇਰੇ ਲਈ ਮੇਰੀ ਕੋਈ ਹਸਤੀ ਨਾ ਰਹੇ, ਮੈਂ ਇੰਨਾ ਨੀਵਾਂ ਹੋ ਜਾਵਾਂ। ਮੱਤ ਨਹੀਂ ਨੀਵੀਂ ਕਰਨੀ, ਮਨ ਨੂੰ ਨੀਵਾਂ ਕਰਨਾ। ਜਿਸ ਪ੍ਰਕਾਰ ਕਿ ਅਸੀਂ ਅਰਦਾਸ ਦੇ ਵਿੱਚ ਵੀ ਇਹ ਪੰਕਤੀ ਬੋਲਦੇ ਹਾਂ ਕਿ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਮਨ ਨੂੰ ਨੀਵਾਂ ਰੱਖੋ ਪਰ ਆਪਣੀ ਮੱਤ ਨੂੰ ਉੱਚੀ ਰੱਖੋ। ਤੇ ਮੱਤ ਉੱਚੀ ਹੁੰਦੀ ਹੈ ਜਦੋਂ ਅਸੀਂ ਗੁਰੂ ਦੇ ਲੜ ਲੱਗਦੇ ਹਾਂ, ਜਦੋਂ ਗੁਰੂ ਦੇ ਗਿਆਨ ਨੂੰ ਹਾਸਲ ਕਰਦੇ ਹਾਂ। ਸ਼ਲੋਕ। ਨਿਰੰਕਾਰ ਆਕਾਰ ਆਪ, ਨਿਰਗੁਣ ਸਰਗੁਣ ਏਕ, ਏਕੈ ਏਕ ਵਖਾਨਣੋ, ਨਾਨਕ ਏਕ ਅਨੇਕ। ਉਹ ਪ੍ਰਮਾਤਮਾ ਖੁਦ ਨਿਰੰਕਾਰ ਹੈ, ਆਕਾਰ ਤੋਂ ਰਹਿਤ ਹੈ, ਪਰ ਇਸ ਜਗਤ ਦਾ ਆਕਾਰ ਉਸ ਪ੍ਰਮਾਤਮਾ ਨੇ ਬਣਾਇਆ ਹੈ। ਨਿਰੰਕਾਰ ਆਕਾਰ ਆਪ, ਖੁਦ ਨਿਰੰਕਾਰ ਹੁੰਦੇ ਹੋਏ ਵੀ ਇਸ ਜਗਤ ਦਾ ਆਕਾਰ ਬਣਾਇਆ ਹੈ। ਨਿਰਗੁਣ ਸਰਗੁਣ ਏਕ, ਉਹ ਇੱਕ ਹੀ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ। ਨਿਰਗੁਣ ਤੋਂ ਭਾਵ ਉਹ ਜਿਸ ਤੇ ਮਾਇਆ ਦੇ ਤਿੰਨਾਂ ਗੁਣਾਂ ਚੋਂ ਕੋਈ ਵੀ ਅਸਰ ਨਾ ਪਾ ਸਕੇ, ਤੇ ਸਰਗੁਣ ਤੋਂ ਭਾਵ ਉਹ ਜਿਸ ਤੇ ਮਾਇਆ ਦੇ ਤਿੰਨੋਂ ਗੁਣ ਅਸਰ ਪਾ ਸਕਦੇ ਹੋਣ। ਤੇ ਮਾਇਆ ਦੇ 3 ਗੁਣ ਨੇ ਰਜੋ, ਤਮੋ ਤੇ ਸਤੋ। ਏਕੈ ਏਕ ਬਖਾਨਣੋ, ਨਾਨਕ ਏਕ ਅਨੇਕ। ਹੇ ਨਾਨਕ, ਉਸ ਪਰਮਾਤਮਾ ਨੂੰ ਇਕੱਲੇ ਨੂੰ ਵੀ ਬਿਆਨ ਕੀਤਾ ਜਾ ਸਕਦਾ ਹੈ, ਭਾਵ ਉਹ ਇੱਕ ਵੀ ਹੈ ਤੇ ਅਨੇਕ ਵੀ ਹੈ, ਆਪਣੇ ਅਨੇਕਾਂ ਰੂਪ ਵੀ ਬਣਾ ਲੈਂਦਾ ਹੈ। ਪਰ ਉਹਨਾਂ ਸਾਰੇ ਹੀ ਰੂਪਾਂ ਦੇ ਵਿੱਚ ਉਹ ਖੁਦ ਵੀ ਹੈ। ਸੋ ਇਹ ਕਿਹਾ ਜਾ ਸਕਦਾ ਹੈ ਕਿ ਉਹ ਇੱਕ ਵੀ ਹੈ ਤੇ ਉਹ ਅਨੇਕ ਵੀ ਹੈ। ਪੌੜੀ। ਓ ਅੰਗ ਗੁਰਮੁਖ ਕੀਓ ਆਕਾਰਾ, ਏਕੈ ਸੂਤ ਪਰੋਵਣ ਹਾਰਾ। ਗੁਰੂ ਜੀ ਕਹਿੰਦੇ ਕਿ ਉਸ ਪ੍ਰਮਾਤਮਾ ਨੇ ਇਸ ਜਗਤ ਦਾ ਆਕਾਰ, ਜਗਤ ਦੀ ਰਚਨਾ ਜੀਵਾਂ ਨੂੰ ਗੁਰਮੁਖ ਬਣਾਉਣ ਵਾਸਤੇ ਕੀਤੀ ਹੈ। ਉਹ ਸਾਰੇ ਹੀ ਜੀਵ ਜੰਤੂਆਂ ਨੂੰ ਆਪਣੇ ਇੱਕੋ ਹੁਕਮ ਦੇ ਧਾਗੇ ਦੇ ਵਿੱਚ ਪਰੋ ਕੇ ਰੱਖਣ ਦੇ ਸਮਰੱਥ ਹੈ। ਏਕੈ ਸੂਤ ਪਰੋਵਣ ਹਾਰਾ। ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ, ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ।
ਮਾਇਆ ਦੇ 3 ਗੁਣਾਂ ਦਾ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਵਿਸਥਾਰ ਕਰ ਦਿੱਤਾ ਉਸ ਪਰਮਾਤਮਾ ਨੇ ਇਸ ਜਗਤ ਦੇ ਵਿੱਚ। ਉਹ ਖੁਦ ਨਿਰਗੁਣ ਹੈ, ਖੁਦ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਪਰ ਮਾਇਆ ਦੇ ਪ੍ਰਭਾਵ ਹੇਠ ਬਣਿਆ ਹੋਇਆ ਇਹ ਜਗਤ ਸਾਨੂੰ ਵਿਖਾਲ ਵੀ ਦਿੰਦਾ ਹੈ। ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰਨ, ਇਹ ਜਗਤ ਜੋ ਮਾਇਆ ਦੇ ਪ੍ਰਭਾਵ ਹੇਠ ਹੈ ਇਹਨੂੰ ਅਸੀਂ ਵੇਖ ਪਾਉਂਦੇ ਹਾਂ। ਤੇ ਜਿਸ ਪਰਮਾਤਮਾ ਨੇ ਇਸ ਵੇਖ ਸਕਣ ਵਾਲੇ ਜਗਤ ਨੂੰ ਬਣਾਇਆ ਹੈ, ਇਹਦੀ ਰਚਨਾ ਕੀਤੀ ਹੈ, ਉਹ ਨਿਰਗੁਣ ਹੈ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਸਗਲ ਭਾਂਤ ਕਰ ਕਰੇ ਉਪਾਇਓ, ਉਸ ਪਰਮਾਤਮਾ ਨੇ ਅਨੇਕਾਂ ਹੀ ਕਿਸਮਾਂ ਦੇ ਜੀਵਾਂ ਦੀ ਉਤਪੱਤੀ ਕਰ ਦਿੱਤੀ। ਜਨਮ ਮਰਨ ਮਨ ਮੋਹ ਵਡਾਇਓ, ਤੇ ਉਹਨਾਂ ਦੇ ਮਨਾਂ ਦੇ ਵਿੱਚ ਮੋਹ ਪਾ ਦਿੱਤਾ, ਮੋਹ ਦਾ ਵਿਸਥਾਰ ਵੀ ਕਰ ਦਿੱਤਾ, ਉਹਨਾਂ ਦੇ ਮਨਾਂ ਦੇ ਵਿੱਚ ਮੋਹ ਨੂੰ ਵੀ ਵਧਾਇਆ। ਉਹ ਮੋਹ ਜਿਹੜਾ ਕਿ ਜਨਮ ਮਰਨ ਦਾ ਮੂਲ ਹੈ। ਤੇ ਇੱਥੇ ਉਹ ਸਿਧਾਂਤ ਜਿਸ ਦੀ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਖੁਸ਼ ਹੋ ਤਾਂ ਜੰਮੇ ਹੋਏ ਹੋ, ਜਨਮੇ ਹੋ, ਜਦੋਂ ਦੁਖੀ ਹੋ ਤਾਂ ਮਰੇ ਹੋ। ਇਸ ਜਨਮ ਮਰਨ ਦੇ ਚੱਕਰ ਦਾ ਜੋ ਮੁੱਢ ਹੈ, ਜੋ ਜੜ ਹੈ, ਉਹ ਮੋਹ ਦੇ ਵਿੱਚ ਹੈ। ਸਾਡੇ ਦੁਖੀ ਜਾਂ ਖੁਸ਼ ਹੋਣ ਦੇ ਵਿੱਚ ਮੋਹ ਇੱਕ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਹੈ। ਤੇ ਉਸ ਪਰਮਾਤਮਾ ਨੇ ਹੀ ਸਾਡੇ ਮਨਾਂ ਦੇ ਵਿੱਚ ਮੋਹ ਪਾਇਆ ਵੀ ਹੈ ਤੇ ਵਧਾਇਆ ਵੀ ਹੈ। ਮਨ ਮੋਹ ਵਡਾਇਓ, ਦੁਹੂ ਭਾਤ ਤੇ ਆਪ ਨਿਰਾਰਾ, ਸਾਡੇ ਮਨਾਂ ਦੇ ਵਿੱਚ ਮੋਹ ਪਾ ਦਿੱਤਾ। ਅਸੀਂ ਉਸ ਮੋਹ ਦੇ ਕਾਰਨ ਜਨਮ ਮਰਨ ਦੇ ਬੰਧਨਾਂ ਦੇ ਵਿੱਚ ਪੈ ਗਏ, ਚੱਕਰਾਂ ਦੇ ਵਿੱਚ ਪੈ ਗਏ, ਪਰ ਉਹ ਪਰਮਾਤਮਾ ਖੁਦ ਇਹਨਾਂ ਦੋਹਾਂ ਤੋਂ ਹੀ ਵੱਖਰਾ ਹੈ। ਦੁਹੂ ਭਾਤ ਤੇ ਆਪ ਨਿਰਾਰਾ, ਖੁਦ ਇਸ ਜਨਮ ਮਰਨ ਦੇ ਚੱਕਰ ਤੋਂ ਬਾਹਰ ਹੈ। ਨਾਨਕ ਅੰਤ ਨਾ ਪਾਰਾਵਾਰਾ, ਹੇ ਨਾਨਕ ਉਸ ਪਰਮਾਤਮਾ ਦਾ ਉਰਲਾ ਪਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ, ਉਹਦਾ ਅੰਤ ਪਾਇਆ ਨਹੀਂ ਜਾ ਸਕਦਾ। ਸ਼ਲੋਕ ਸੇਈ ਸ਼ਾ ਭਗਵੰਤ ਸੇ ਸੱਚ ਸੰਪੈ ਹਰ ਰਾਸ, ਨਾਨਕ ਸੱਚ ਸੁਚ ਪਾਈਐ ਤਿਹ ਸੰਤਨ ਕੈ ਪਾਸ। ਗੁਰੂ ਜੀ ਕਹਿੰਦੇ ਕਿ ਜਿਸ ਮਨੁੱਖ ਦੇ ਪਾਸ ਪਰਮਾਤਮਾ ਦੇ ਨਾਮ ਧਨ ਰੂਪ ਧਨ ਅਤੇ ਪੂੰਜੀ ਹੈ, ਉਹੀ ਧਨਵਾਨ ਹੈ, ਉਹੀ ਸ਼ਾਹੂਕਾਰ ਹੈ। ਅਜਿਹੇ ਸ਼ਾਹੂਕਾਰ ਤੋਂ ਪਾਸੋਂ, ਅਜਿਹੇ ਸੰਤਾਂ ਦੇ ਪਾਸੋਂ ਉਸ ਪਰਮਾਤਮਾ ਦਾ ਨਾਮ ਧਨ ਤੇ ਆਤਮਿਕ ਪਵਿੱਤਰਤਾ ਹਾਸਲ ਹੁੰਦੀ ਹੈ। ਪਵੜੀ ਸੱਸਾ ਸਤ 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 ਸੋਊ, ਸਤ ਪੁਰਖ ਤੇ ਭਿੰਨ ਨਾ ਕੋਊ। ਸਦਾ ਕਾਇਮ ਰਹਿਣ ਵਾਲਾ, ਸਦਾ ਥਿਰ ਰਹਿਣ ਵਾਲਾ ਸਿਰਫ ਤੇ ਸਿਰਫ ਉਹ ਪਰਮਾਤਮਾ ਹੈ। ਤੇ ਦੁਨੀਆ ਦਾ ਕੋਈ ਵੀ ਜੀਵ, ਕੋਈ ਵੀ ਹਸਤੀ ਉਸ ਪਰਮਾਤਮਾ ਦੀ ਹਸਤੀ ਤੋਂ ਵੱਖਰੀ ਨਹੀਂ ਹੈ। ਸੋਊ ਸਰਨ ਪਰੈ ਜਿਹ ਪਾਇਨ, ਜਿਸ ਮਨੁੱਖ ਨੂੰ ਉਹ ਪਰਮਾਤਮਾ ਆਪਣੀ ਸ਼ਰਨ ਦੇ ਵਿੱਚ ਪਾਉਂਦਾ ਹੈ, ਉਹੀ ਮਨੁੱਖ ਉਹਦੀ ਸ਼ਰਨ ਦੇ ਵਿੱਚ ਪੈਂਦਾ ਹੈ। ਤੇ ਜਦੋਂ ਮਨੁੱਖ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈ ਗਿਆ, ਫਿਰ ਸਿਮਰ ਸਿਮਰ ਗੁਣ ਗਾਏ ਸੁਨਾਇਨ, ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹਦੇ ਗੁਣ ਗਾਉਂਦਾ ਹੈ, ਖੁਦ ਵੀ ਗਾਉਂਦਾ ਹੈ ਤੇ ਦੂਜਿਆਂ ਨੂੰ ਵੀ ਸੁਣਾਉਂਦਾ ਹੈ। ਤੇ ਜਦੋਂ ਕੋਈ ਮਨੁੱਖ ਉਸ ਪਰਮਾਤਮਾ ਦੇ ਗੁਣ ਗਾਉਣ ਲੱਗ ਜਾਏ ਜਾਂ ਸੁਣਨ ਲੱਗ ਜਾਏ ਤਾਂ ਸੰਸੈ ਭਰਮ ਨਹੀਂ ਕੁਛ ਵਿਆਪਤ, ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ। ਫਿਰ ਉਸ ਮਨੁੱਖ ਨੂੰ ਕੋਈ ਵੀ ਸੰਸਾ, ਕੋਈ ਵੀ ਡਰ, ਕੋਈ ਵੀ ਸਹਿਮ, ਕੋਈ ਵੀ ਭਟਕਣਾ ਵਿਆਪਦੀ ਨਹੀਂ, ਉਹ ਸਥਿਰ ਹੋ ਜਾਂਦਾ ਹੈ। ਉਸ ਪਰਮਾਤਮਾ ਦਾ ਪ੍ਰਕਾਸ਼ ਉਸ ਨੂੰ ਇਸ ਜਗਤ ਦੇ ਵਿੱਚ ਪ੍ਰਤੱਖ ਨਜ਼ਰ ਆਉਣ ਲੱਗਦਾ ਹੈ। ਸੋ ਸਾਧੂ ਇਹ ਪਹੁੰਚਨਹਾਰਾ, ਗੁਰੂ ਜੀ ਕਹਿੰਦੇ ਕਿ ਜਿਹੜਾ ਇਸ ਆਤਮਿਕ ਅਵਸਥਾ ਤੇ ਪਹੁੰਚ ਗਿਆ ਉਹੀ ਸਮਝੋ ਕਿ ਸਾਧੂ ਹੈ। ਨਾਨਕ ਤਾਕੈ ਸਦ ਬਲਹਾਰਾ, ਤੇ ਨਾਨਕ ਅਜਿਹੇ ਸਾਧੂਆਂ ਤੋਂ ਬਲਹਾਰੇ ਜਾਂਦਾ ਹੈ, ਸਦਕੇ ਜਾਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 250ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ।
ਅੱਜ ਦੀ ਬਾਣੀ ਦੀ ਸ਼ੁਰੂਆਤ ਗੁਰੂ ਦੀ ਮਹਿਮਾ ਤੋਂ ਹੋਈ ਹੈ ਤੇ ਉਸ ਤੋਂ ਬਾਅਦ ਗੁਰੂ ਜੀ ਨੇ ਉਸ ਪ੍ਰਮਾਤਮਾ ਦੀ ਮਹਿਮਾ ਕੀਤੀ ਹੈ ਕਿ ਉਹ ਆਪ ਹੀ ਹੈ ਜੋ ਸਾਰੇ ਜਗਤ ਦੇ ਵਿੱਚ ਰਚਿਆ ਹੋਇਆ ਹੈ। ਇਕੱਲਾ ਵੀ ਆਪ ਹੈ ਤੇ ਜਗਤ ਦੇ ਸਾਰੇ ਜੀਵ ਜੰਤੂਆਂ ਦੀਆਂ ਜੋ ਵੀ ਪ੍ਰਜਾਤੀਆਂ ਹਨ ਉਹਨਾਂ ਦੇ ਵਿੱਚ ਵੀ ਉਹ ਆਪ ਵਸਦਾ ਹੈ, ਭਾਵ ਕਿ ਉਹ ਇੱਕ ਵੀ ਹੈ ਤੇ ਅਨੇਕ ਵੀ ਹੈ। ਉਸ ਪ੍ਰਮਾਤਮਾ ਨੇ ਹੀ ਸਾਡੇ ਮਨਾਂ ਦੇ ਵਿੱਚ ਮੋਹ ਵੀ ਪਾਇਆ ਹੈ, ਉਹਨੂੰ ਵਧਾਇਆ ਵੀ ਹੈ। ਉਸ ਮੋਹ ਦੇ ਕਰਕੇ ਅਸੀਂ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਵੀ ਪਏ ਹਾਂ, ਪਰ ਉਹ ਖੁਦ ਇਸ ਜਨਮ ਮਰਨ ਦੇ ਚੱਕਰ ਤੋਂ ਪਰੇ ਹੈ। ਉਹ ਪ੍ਰਮਾਤਮਾ ਨਿਰਗੁਣ ਵੀ ਹੈ, ਸਰਗੁਣ ਵੀ ਹੈ। ਸੋ ਇੰਨਾ ਕੁ ਇਸ ਵੀਡੀਓ ਦਾ ਸਾਰ ਅੰਸ਼ ਬਣਦਾ ਹੈ, ਅੱਜ ਦੀ ਬਾਣੀ ਦਾ ਸਾਰ ਅੰਸ਼ ਬਣਦਾ ਹੈ। ਹੋਰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।